ਮੋਹਾਲੀ ਕੌਮਾਂਤਰੀ ਏਅਰਪੋਰਟ ਦੀ ਜੂਹ ਵਿੱਚ ਵਸਦੇ ਪਿੰਡ ਝੂਰਹੇੜੀ ਦੀ ਮੁਟਿਆਰ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਸਦੇ ਪਤੀ ਦੀ ਭੇਦਭਾਦੀ ਹਾਲਤ ਵਿੱਚ ਮੌਤ ਹੋ ਗਈ। ਪੀੜਤ ਲੜਕੀ ਦੇ ਪੇਕਿਆਂ ਦੀ ਗੈਰ ਮੌਜੂਦਗੀ ਵਿੱਚ ਮ੍ਰਿਤਕ ਦੀ ਲਾਸ਼ ਦਾ ਅੰਤਮ ਸੰਸਕਾਰ ਵੀ ਕਰ ਦਿੱਤਾ ਗਿਆ। ਇਹੀ ਨਹੀਂ, ਜਦੋਂ ਕੁਝ ਰਿਸ਼ਤੇਦਾਰ ਅਤੇ ਹੋਰ ਪਤਵੰਤੇ ਸੱਜਣ ਫੁੱਲ ਪਾਉਣ ਦੀ ਰਸਮ ਲਈ ਸ੍ਰੀ ਕੀਰਤਪੁਰ ਸਾਹਿਬ ਗਏ ਤਾਂ ਉਹਨਾਂ ਦੇ ਪਿੱਛੋਂ ਪਾਠ ਕਰਵਾ ਕੇ ਭੋਗ ਵੀ ਪਾ ਦਿੱਤਾ ਗਿਆ। ਪੀੜਤ ਲੜਕੀ ਅਤੇ ਉਸਦੇ ਪਰਿਵਾਰ ਨੇ ਨੌਜਵਾਨ ਦਾ ਕਤਲ ਕਰਨ ਦਾ ਖਦਸ਼ਾ ਜ਼ਾਹਰ ਕੀਤਾ ਹੈ। ਮ੍ਰਿਤਕ ਦੀ ਪਤਨੀ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ ਦੀ ਗੁਹਾਰ ਲਗਾਈ ਹੈ, ਲੇਕਿਨ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਪੀੜਤ ਮੁਟਿਆਰ ਅਤੇ ਹੋਰ ਪਤਵੰਤਿਆਂ ਤੋਂ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ। ਮੇਰਾ ਨਾਮ ਜਸਪ੍ਰੀਤ ਕੌਰ ਹੈ। ਕੀ ਹੈ ਜਿਹੜਾ ਸਾਰਾ ਘਟਨਾ ਕੀ ਹੈ? ਮੇਰੇ ਪਤੀ ਗੁਰਪ੍ਰੀਤ ਸਿੰਘ ਦੀ ਮੇਰੇ ਸਹੁਰਿਆਂ ਨੇ ਕਤਲ ਕੀਤਾ ਹੈ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਨਹੀਂ ਤੇ ਨਾ ਹੀ ਦਿਖਾਇਆ ਉਹਨਾਂ ਨੇ ਮੈਨੂੰ। ਉਹਨਾਂ ਦਾ ਸੰਸਕਾਰ ਵੀ ਮੇਰੇ ਤੋਂ ਪਹਿਲਾਂ ਕਰਤਾ। ਮੇਰਾ ਇੱਕ ਮੁੰਡਾ ਹੈ 7 ਮੰਥ ਦਾ ਹੈ ਉਹ, ਤੇ ਨਾ ਤਾਂ ਉਹਨਾਂ ਨੇ ਮੈਨੂੰ ਦਿਖਾਇਆ, ਨਾ ਉਹਦੇ ਕੱਪੜੇ ਵੀ ਗੈਲਿਓ ਕਰਤੇ। ਮਤਲਬ ਜਿਹੜੇ ਸਬੂਤ ਸੀਗੇ ਉਹ ਸਾਰੇ ਹੀ ਮਿਟਾਤੇ। ਹਾਂਜੀ। ਤੇ ਡੈਥ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਿਆ? ਡੈਥ ਬਾਰੇ ਮੈਨੂੰ ਉਹਨਾਂ ਦਾ ਫੋਨ ਆਇਆ ਸੀਗਾ ਮੇਰੇ ਦਿਓਰ ਦਾ, ਤੇ ਉਹਨਾਂ ਨੇ ਦੱਸਿਆ। ਕਰੀਬ ਅਸੀਂ ਅੱਧੇ ਘੰਟੇ ਇੱਕ ਬਾਅਦ ਪਹੁੰਚ ਗਏ ਸੀਗੇ। ਮੈਂ ਆਪਣੀ ਫੈਮਿਲੀ ਨੂੰ ਲੈ ਕੇ ਗਈ ਉੱਥੇ, ਤੇ ਉਹਨਾਂ ਨੇ ਕੁਛ ਉਹ ਨਹੀਂ ਕੀਤਾ ਕਿ ਉਹ ਉਲਟਾ ਮੈਨੂੰ ਕਹਿਣ ਲੱਗ ਗਏ ਕਿ ਤੁਸੀਂ ਮਾਰਿਆ ਉਸਨੂੰ, ਤੁਸੀਂ ਕਤਲ ਕੀਤਾ। ਤੇ ਜਦੋਂ ਇਹ ਗੱਲ ਹੋਈ ਉਦੋਂ ਤੁਸੀਂ ਆਪਣੇ ਸਹੁਰੇ ਘਰ ਨਹੀਂ ਸੀਗੇ? ਪੇਕੇ ਨਹੀਂ ਜੀ, ਮੈਂ ਆਪਣੇ ਪੇਕੇ ਘਰ ਸੀਗੀ। ਉਹਦੀ ਡੈਡੀ ਨਾਲ ਲੜਾਈ ਚੱਲ ਰਹੀ ਸੀਗੀ, ਇਸ ਕਰਕੇ ਉਹਨੇ ਮੈਨੂੰ ਆਪਣੇ ਘਰ ਛੱਡਿਆ ਹੋਇਆ ਸੀਗਾ ਵੀ ਤੇਰੇ ਤੇ ਕੋਈ ਉਹ ਨਾ ਹੋਵੇ, ਗੱਲ ਆ ਵੀ। ਤੇ ਉਸ ਤੋਂ ਬਾਅਦ ਫਿਰ ਕੀ ਹੋਇਆ? ਡੈਥ ਤੋਂ ਬਾਅਦ ਜਿਹੜਾ ਹੈਗਾ ਕੀ ਘਟਨਾਕ੍ਰਮ ਸੀਗਾ? ਸਾਨੂੰ ਉਹਨਾਂ ਨੇ ਕੁਝ ਦੱਸਿਆ ਨਹੀਂ। ਉਹਨਾਂ ਨੇ ਇਹ ਕਿਹਾ ਕਿ ਵੀ ਉਹਨਾਂ ਨੇ ਗਲ ਫਰਾਹਾ ਲਿੱਤਾ, ਬਲਕਿ ਗਲ ਫਰਾਹਾ ਲੈ ਹੀ ਨਹੀਂ ਸਕਦੇ ਸੀ। ਇੱਥੋਂ ਜਦੋਂ ਮੇਰੇ ਕੋਲ ਤੇ ਗਏ, ਉਹ ਚੰਗੇ ਭਲੇ ਗਏ ਹੌਸਪੀਟਲ 'ਚੋਂ, ਚੰਗੇ ਭਲੇ ਗਏ ਸ਼ਨੀਵਾਰ ਨੂੰ। ਰਾਤ ਨੂੰ ਪਤਾ ਹੀ ਨਹੀਂ ਉਹਨਾਂ ਨੇ ਕੀ ਕੀਤਾ ਕਿ ਉਹਨੂੰ ਮਾਰ ਹੀ ਦਿੱਤਾ। ਕਿਸੇ ਨੇ ਦੇਖਿਆ ਤੱਕ ਨਹੀਂ ਉਸਦੇ ਕਮਰੇ 'ਚੋਂ, ਤੇ ਬਲਕਿ ਸਬੂਤ ਵੀ ਮਿਟਾਤੇ ਉਹਦੇ। ਕੋਈ ਸੁਸਾਈਡ ਨੋਟ ਵੀ ਸੀ, ਕੋਈ ਲਿਖ ਕੇ ਗਏ ਨੇ ਜਾਂ ਕੋਈ? ਨਹੀਂ ਜੀ, ਉੱਥੇ ਪੋਚੇ ਲਾਤੇ, ਸਾਰਾ ਕਮਰਾ ਹੀ ਸਾਫ਼ ਕੀਤਾ ਜੀ ਉਹਨਾਂ ਨੇ, ਸਾਰਾ ਹੀ। ਫੋਨ ਉਹਦਾ ਫੋਨ ਵੀ ਉਹਨਾਂ ਕੋਲ ਹੀ ਹੈ, ਬਲਕਿ ਫੋਨ 'ਚੋਂ ਕੋਈ ਸਬੂਤ ਹੋ ਸਕਦਾ। ਉਹਨਾਂ ਨੇ ਉਹ ਵੀ ਸਬੂਤ ਵੀ ਕੀ ਪਤਾ ਹੁਣ ਮਿਟਾਤਾ ਕਿ ਨਹੀਂ, ਕੁਝ ਨਹੀਂ ਕਹਿ ਸਕਦੇ। ਤੇ ਜਿਹੜੀ ਡੈਥ ਤੋਂ ਬਾਅਦ ਜਿਹੜੀਆਂ ਰਸਮਾਂ ਹੁੰਦੀਆਂ ਨੇ, ਕੀ ਉਹਦੇ 'ਚ ਪੇਕਾ ਪਰਿਵਾਰ ਸ਼ਾਮਲ ਹੋਇਆ ਸੀ ਜਾਂ ਕਿਵੇਂ ਰਿਹਾ? ਕੋਈ ਨਹੀਂ ਜੀ ਹੋਇਆ। ਉਹ ਸੱਦਿਆ ਨਹੀਂ ਗਿਆ ਜਾਂ ਮਤਲਬ ਤੁਹਾਡੇ ਉਹਨਾਂ ਨੇ ਬੁਲਾਇਆ? ਉਹਨਾਂ ਨੇ ਸਭ ਤੋਂ ਪਹਿਲਾਂ ਹੀ ਕਰਤਾ। ਕੋਈ ਨਾ ਆਵੇ ਉਧਰੋਂ। ਓਕੇ। ਹਾਂਜੀ, ਉਹਨਾਂ ਨੇ ਜਵਾਬ ਦੇ ਦਿੱਤਾ ਵੀ ਰਿਸ਼ਤੇਦਾਰ ਵੀ ਰਸਤੇ ਵਿੱਚ ਤੇ ਅਸੀਂ ਰਿਸ਼ਤੇਦਾਰ ਵੀ ਉਹਨਾਂ ਨੇ ਰਸਤੇ 'ਚ ਹੀ ਮੋੜਤੇ। ਕਹਿੰਦੇ ਇੱਥੇ ਆਉਣ ਦਾ ਕੋਈ ਮਤਲਬ ਨਹੀਂ ਹੁਣ, ਵੀ ਉਹ ਤਾਂ ਹੋ ਚੁੱਕਿਆ ਜੋ ਕਰਨਾ ਸੀਗਾ, ਅਸੀਂ ਉਹ ਤਾਂ ਕਰ ਚੁੱਕੇ ਆ। ਸਾਨੂੰ ਇਹ ਹੈ ਕਿ ਸਜ਼ਾ ਦਵਾਈ, ਇਨਸਾਫ ਮਿਲੇ ਮੈਨੂੰ। ਜੋ ਇਹਦਾ ਪ੍ਰਸ਼ਾਸਨ ਸਰਕਾਰ ਨੂੰ 30 ਤਰੀਕ ਦੀ ਅਸੀਂ ਕਾਰਵਾਈ ਕੀਤੀ ਹੋਈ, ਪਰ ਹੁਣ ਤੱਕ ਇਹਨਾਂ ਨੇ ਸਾਡੀ FIR ਦਰਜ ਨਹੀਂ ਕੀਤੀ। 30/8/2022। ਓਕੇ। ਹਾਂਜੀ, 28 ਤਰੀਕ ਨੂੰ ਮਰਡਰ ਹੋਇਆ ਸੀਗਾ। ਅਸੀਂ ਤਾਂ ਦੇਖੋ ਜਦੋਂ ਇਸ ਚੀਜ਼ ਨੂੰ ਦੇਖਦੇ ਉਦੋਂ ਤਾਂ ਸਾਫ਼ ਨਜ਼ਰ ਆ ਰਿਹਾ ਕਿ ਵੀ ਇਹ ਕਤਲ ਹੋਇਆਗਾ ਜੀ, ਕਿਉਂਕਿ ਅਸੀਂ 28 ਤਰੀਕ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਤਾ। ਮੇਰੀ ਗੁਰਦੁਆਰਾ 11 ਫੇਜ਼ ਸਿੰਘ ਸਭਾ ਵਿਖੇ ਮੀਤ ਗ੍ਰੰਥੀ ਦੀ ਡਿਊਟੀ ਹੈ। ਅਸੀਂ ਡਿਊਟੀ ਕਰਦੇ ਗਏ ਉਸ ਟਾਈਮ, ਉਦੋਂ ਬਹੁਤ ਜ਼ਿਆਦਾ ਬਿਜੀ ਤੇ ਜਦੋਂ ਅਸੀਂ ਦੁਪਹਿਰ ਨੂੰ ਤਕਰੀਬਨ 2 ਵਜੇ ਤੋਂ ਬਾਅਦ ਅਸੀਂ ਦਫ਼ਤਰ 'ਚ ਬੈਠੇ ਤੇ ਇਸ ਬੱਚੀ ਦੇ ਫੋਨ ਆਇਆ ਇਹਦੇ ਦਿਓਰ ਦਾ। ਉਹਨਾਂ ਨੇ ਦੱਸਿਆ ਵੀ ਇੱਦਾਂ ਗੱਲਬਾਤ ਹੋ ਗਈ, ਤੇ ਸਾਨੂੰ ਵੀ ਯਕੀਨ ਨਹੀਂ ਆਇਆ ਵੀ ਇਹ ਕੁਝ ਹੋ ਸਕਦਾ ਤਾ। ਤੇ ਅਸੀਂ ਫਿਰ ਆਪਣੇ ਰਿਸ਼ਤੇਦਾਰਾਂ ਨੂੰ, ਪ੍ਰਧਾਨ ਗੁਰਦੁਆਰਾ ਸਾਹਿਬ ਜੀਆਂ ਦੇ ਹੋਰ ਜਿੰਨੇ ਵੀ ਰਾਗੀ ਸਿੰਘ ਉੱਥੇ ਮੈਂਬਰ ਸੀ, ਉਹਨਾਂ ਨੂੰ ਫੋਨ ਕਰਿਆ। ਉਹ ਸਾਡੇ ਨਾਲ ਫਿਰ ਤਕਰੀਬਨ ਅੱਧਾ ਪੌਣੇ ਘੰਟੇ ਦੇ ਅੰਦਰ ਅਸੀਂ ਇੱਥੇ ਪਹੁੰਚ ਗਏ ਜੀ। 2:30 ਵਜੇ ਤੋਂ ਬਾਅਦ ਅਸੀਂ ਉੱਥੇ ਜਦੋਂ ਪਹੁੰਚੇ ਤੇ ਸਾਡੇ ਜਾਣ ਤੋਂ ਪਹਿਲਾਂ ਅਸੀਂ ਜਾ ਕੇ ਉੱਥੇ ਬੈਠ ਕੇ, ਸਾਨੂੰ ਇੱਦਾਂ ਦਾ ਕਿ ਕਮਰੇ ਦੇ ਵਿੱਚ ਕਿਤੇ ਲੋਥ ਪਈ ਹੈ ਵੀ ਸੰਸਕਾਰ ਕਰਨਾ। ਤੇ ਸਾਨੂੰ 15-20 ਮਿੰਟ ਬੈਠੇ ਤੋਂ ਬਾਅਦ ਸਾਨੂੰ ਉੱਥੇ ਆ ਕੇ ਦੱਸਿਆ ਗਿਆ, ਕਹਿੰਦੇ ਕੰਮ ਤਾਂ ਹੋ ਗਿਆ। ਫਿਰ ਮੈਂ ਪੁੱਛਿਆ ਵੀ ਕੰਮ ਕੀ ਹੋ ਗਿਆ? ਕਹਿੰਦੇ ਸੰਸਕਾਰ ਤਾਂ ਕਰਦੇ ਆ। ਮੈਂ ਕਿਹਾ ਸੰਸਕਾਰ ਕਿਵੇਂ ਕਰਦੇ ਇੱਦਾਂ? ਸਾਤੋਂ ਪਹਿਲਾਂ ਜਦੋਂ ਸਾਨੂੰ ਬੁਲਾਇਆ ਗਿਆ ਵੀ ਤੁਸੀਂ ਰੁਕ ਨਹੀਂ ਸਕਦੇ ਤੇ ਫਿਰ ਉਹਨਾਂ ਨੇ ਕਿਹਾ, ਕਹਿੰਦੇ ਅਸੀਂ ਪੰਚਾਇਤ ਦੀ ਮੌਜੂਦਗੀ ਦੇ ਵਿੱਚ ਸੰਸਕਾਰ ਕੀਤਾ ਗਾ। ਤੇ ਸਾਨੂੰ ਉੱਥੇ ਪਿੰਡ ਦੇ ਦੱਸਣ ਮੁਤਾਬਕ ਇਹ ਪਤਾ ਲੱਗ ਰਿਹਾ ਕਿ ਇਹ ਮੰਜੇ ਤੇ
ਉਸ ਲੋਥ ਨੂੰ ਲੈ ਕਰਕੇ ਗਏ ਗਲਤ ਤਰੀਕੇ ਦੇ, ਅਰਥੀ ਵੀ ਨਹੀਂ ਬਣਾਈ ਤੇ ਮੰਜੇ ਤੇ ਹੀ ਲੈ ਕਰ ਗਏ। ਮੰਜੇ ਸਮੇਤ ਇਹਨਾਂ ਕੱਪੜਿਆਂ ਦੇ ਨਾਲ ਉਹਦਾ ਸੰਸਕਾਰ ਕੀਤਾ ਤੇ 2 ਤੇਲ ਦੀਆਂ ਕੈਨੀਆਂ ਸੀ ਉਹਨਾਂ ਦੇ ਨਾਲ ਸੰਸਕਾਰ ਕੀਤਾ ਗਿਆ, ਥੋੜ੍ਹੀਆਂ ਬਹੁਤੀਆਂ ਪਾਥੀਆਂ ਦੇ ਨਾਲ। ਤੇ ਉਸ ਤੋਂ ਬਾਅਦ ਅਸੀਂ ਫਿਰ ਸਾਨੂੰ ਇਹਨਾਂ ਕੁਝ ਨਹੀਂ ਦੱਸਿਆ। ਉਹ ਤੋਂ ਬਾਅਦ ਅਸੀਂ ਲੜਕੀ ਨੂੰ ਨਾਲ ਹੀ ਲੈ ਕਰਕੇ ਆ ਗਏ ਘਰ ਆਪਣੇ ਰਹਿ ਵੀ ਕੇ। ਉੱਥੇ ਛੱਡਿਆ ਨਹੀਂ ਹੈਗਾ ਸੀ। ਤੇ ਦੂਸਰੇ ਦਿਨ ਸਾਨੂੰ ਫੋਨ ਆਇਆ ਸਵੇਰੇ ਵੀ 10 ਵਜੇ ਦਾ ਟਾਈਮ ਹੈ, ਫੁੱਲਾਂ ਦੀ ਰਸਮ ਹੈ। ਚਲੋ ਸਾਡੇ ਮਨ ਦੇ ਵਿੱਚ ਪਹਿਲਾਂ ਤਾਂ ਅਸੀਂ ਪੁਲਿਸ ਕਾਰਵਾਈ ਦੀ ਸੋਚ ਰਹੇ ਸੀ, ਪਰ ਸਾਨੂੰ ਇਹ ਹੋਇਆ ਵੀ ਦੇਖੋ ਉਹ ਵੀ ਤੇਰੀ ਵਿਛੜੀ ਆਤਮਾ ਗਈ ਵੀ ਅਸੀਂ ਸੰਸਕਾਰ ਤੇ ਨਹੀਂ ਪਹੁੰਚ ਸਕੇ ਵੀ ਇਹਨਾਂ ਨੇ ਸਾਨੂੰ ਸਾਡੇ ਪਹਿਲਾਂ ਹੀ ਸੰਸਕਾਰ ਕਰ ਦਿੱਤਾ। ਪਰ ਹੁਣ ਇੱਕ ਹੀ ਰਸਮ ਬਾਕੀ ਹੈ ਫੁੱਲਾਂ ਦੀ, ਵੀ ਉਸ 'ਤੇ ਜਾਣਾ ਚਾਹੀਦਾ ਸੀ। ਚਲੋ ਅਸੀਂ ਗਏ ਉੱਥੇ, ਇਹਨਾਂ ਨੇ ਜੀ ਉੱਥੇ ਫੁੱਲਾਂ ਦੇ ਨਾਲ ਮੈਨੂੰ ਲੈ ਕਰਕੇ ਗਏ ਫੁੱਲ ਪਾਉਣ ਵਾਸਤੇ ਤੇ ਲੜਕੇ ਫੁੱਲਾਂ ਦੀ ਰਸਮ ਦੇ ਵਿੱਚ ਪਰਿਵਾਰ ਨੂੰ ਕੀਤਾ ਸ਼ਾਮਲ। ਹਾਂਜੀ ਹਾਂਜੀ ਸਾਨੂੰ ਦੱਸਿਆ ਗਿਆ ਪਰ ਪੂਰਾ ਨਹੀਂ ਦੱਸਿਆ ਗਿਆ ਵੀ ਕਿੰਨੇ ਵਜੇ। ਇਹ ਦੱਸਿਆ ਵੀ ਫੁੱਲਾਂ ਦੀ ਰਸਮ 10 ਵਜੇ, ਉਹਦੇ ਬਾਅਦ ਫੋਨ ਕੱਟ ਦਿਆ ਜੀ। ਚਲੋ ਅਸੀਂ ਚਲੇ ਗਏ ਜੀ ਉੱਥੇ ਫੁੱਲਾਂ ਦੀ ਰਸਮ ਤੇ ਉਹਦੇ ਬਾਅਦ ਇਹ ਘਰ ਲੈ ਕੇ ਜਦੋਂ ਗਏ ਅਸੀਂ, ਇਹਨਾਂ ਨੇ ਮੈਨੂੰ ਨਾਲ ਲੈ ਕਰਕੇ ਗਏ ਉੱਥੇ ਕੀਰਤਪੁਰ ਸਾਹਿਬ ਫੁੱਲ ਪਾਉਣ ਵਾਸਤੇ। ਤੇ ਉਸ ਤੋਂ ਬਾਅਦ ਇਹਨਾਂ ਨੇ ਨਾਲ ਦੀ ਨਾਲ ਹੀ ਭੋਗ ਪਾਇਆ ਗਿਆ। ਉਸ ਤੋਂ ਬਾਅਦ ਕਿਉਂਕਿ ਸਾਡੇ ਕੋਈ ਵੀ ਰਿਸ਼ਤੇਦਾਰ, ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਪਾਣ ਚਲੇ ਗਏ ਕੀਰਤਪੁਰ ਸਾਹਿਬ, ਪਿੱਛੋਂ ਸੁਖਣੀ ਸਾਹਿਬ ਦਾ ਪਾਠ ਕਰਾ ਕੇ ਨਾਲ ਦੀ ਨਾਲ ਭੋਗ ਪਾਇਆ। ਨਾਲੇ ਫਿਰ ਇਤਰਾਜ਼ ਨਹੀਂ ਕੀਤਾ ਤੁਸੀਂ ਕਿਸੇ ਨੇ? ਇਤਰਾਜ਼ ਅਸੀਂ ਕੀਤਾ ਸੀ, ਪਰ ਇਹਨਾਂ ਨੇ ਉਲਟਾ ਲੜਕੀ ਨੂੰ ਫਿਰ ਲਾਗੇ ਗਲਤ ਬੋਲਣ ਸਾਡੇ ਆਉਣ ਤੋਂ ਪਹਿਲਾਂ। ਅਜੇ ਅਸੀਂ ਰਸਤੇ ਵਿੱਚ ਆ ਰਹੇ ਸੀ ਤੇ ਜਦੋਂ ਰਸਤੇ ਵਿੱਚ ਆਏ ਅਸੀਂ 82 ਸੈਕਟਰ ਆਏ, ਉਦੋਂ ਫੋਨ ਆਇਆ ਘਰ ਵਾਲੀ ਦਾ ਵੀ ਸਾਡੇ ਨਾਲ ਇਹ ਗਲਤ ਵਿਵਹਾਰ ਕਰ ਰਹੇਗੇ। ਤੇ ਅਸੀਂ ਜਦੋਂ ਜਾ ਕੇ ਦੇਖਿਆ, ਫਿਰ ਮੈਂ ਇਹਨਾਂ ਨੂੰ ਦੋਨਾਂ ਨੂੰ, ਲੜਕੀ ਨੂੰ ਤੇ ਆਪਣੇ ਘਰ ਵਾਲੀ ਨੂੰ, ਉਹਨਾਂ ਵਿੱਚੋਂ ਕੱਢ ਕੇ ਘਰਾਂ ਨੂੰ ਲੈ ਕਰਕੇ ਗਿਆ ਵੀ ਇੱਥੇ ਕੁਝ ਵੀ ਹੋ ਸਕਦਾ ਹੈਗਾ, ਕਿਉਂਕਿ ਅਸੀਂ 3 ਜਣੇ ਸੀ। ਤੇ ਉਸ ਤੋਂ ਬਾਅਦ ਅਸੀਂ ਦੂਸਰੇ ਦਿਨ 30 ਤਰੀਕ ਨੂੰ SSP ਦੇ ਕੋਲ ਪੇਸ਼ ਹੋ ਕੇ ਫਿਰ ਉੱਥੇ ਇਹ ਕਾਰਵਾਈ ਦੀ ਮੰਗ ਕੀਤੀ, ਪਰ ਇਹਨਾਂ ਨੇ ਹੁਣ ਤੱਕ ਦੇਖ ਲਓ ਅੱਜ ਤੱਕ ਕੋਈ ਕਾਰਵਾਈ ਨਹੀਂ, ਇਸ ਕੰਮ ਨੂੰ ਢਿੱਲਾ ਪਾ ਰਹੇਗੇ। ਕੀ ਡਿਮਾਂਡ ਕਰਦੇ ਹੋ ਤੁਸੀਂ? ਅਸੀਂ ਡਿਮਾਂਡ ਕਰਦੇ ਕਿ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਗਾ, ਕਿਉਂਕਿ ਸਾਨੂੰ ਬੜੀਆਂ ਇਹ ਕਿਸੇ ਰਿਸ਼ਤੇਦਾਰਾਂ ਦੇ ਉਹਨਾਂ ਤਰੀਕੇ ਦੇ ਨਾਲ ਵੀ ਸਾਡਾ ਫੈਸਲਾ ਕਰ ਲਓ। ਸਰਪੰਚ ਵੀ ਕਹਿ ਕਰਕੇ ਗਿਆ ਵੀ ਹੁਣ ਸਾਡੇ ਪਿੰਡ ਤੁਹਾਡਾ ਫੈਸਲਾ ਕਰਾ ਦੂੰਗਾ, ਪਰ ਸਾਨੂੰ ਦੇਖੋ ਜੋ ਬੱਚੇ ਦਾ ਇਨਸਾਫ ਹੈ ਉਹ ਤਾਂ 18 ਸਾਲ ਬਾਅਦ ਬੱਚਾ ਵੀ ਲੈ ਸਕਦਾ ਗਾ। ਪਰ ਹੁਣ ਜਿਹੜਾ ਇਹਨਾਂ ਨੇ ਮਰਡਰ ਕੀਤਾ ਇਹਦਾ ਇਨਸਾਫ ਕੌਣ ਦੇਊਗਾ? ਅੱਛਾ, ਜਿਵੇਂ ਤੁਸੀਂ ਦੱਸ ਰਹੇ ਹੋ ਵੀ ਪਿਛਲੀ 28 ਤਰੀਕ ਦਾ 29 ਤਰੀਕ ਦਾ ਇਹ ਵਾਕਿਆ ਜਿਹੜਾ ਹੈਗਾ ਹੋਇਆ ਵਾ ਇਹ, ਤੇ ਹੁਣ ਤੱਕ ਪੁਲਿਸ ਨੇ ਤੁਹਾਡੀ ਸ਼ਿਕਾਇਤ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਤੁਹਾਨੂੰ ਹੁਣ ਲੱਗਦਾ ਵੀ ਕੋਈ ਆਸ ਲੱਗਦੀ ਹੈ ਤੁਹਾਨੂੰ ਪੁਲਿਸ ਤੋਂ ਕੋਈ? ਹੁਣ ਸਾਨੂੰ ਥੋੜੀ ਜਿਹੀ ਹੈ ਉਮੀਦ, ਪਰ ਸਾਨੂੰ ਮਿਲਣ ਜਿਹੜੀ ਸਾਨੂੰ ਜਾਣਕਾਰੀ ਮਿਲੇਗੀ ਇਹਨਾਂ ਦੇ ਰਿਸ਼ਤੇਦਾਰਾਂ ਤੋਂ, ਉਹ ਕਹਿੰਦੇ ਵੀ ਕੋਈ ਸਾਡਾ ਯਾਰ ਦੋਸਤ ਹੈ ਵੀ ਉਹਦੇ ਕਰਕੇ ਕੋਈ ਕਾਰਵਾਈ ਨਹੀਂ ਹੋਣੀ ਨਹੀਂ। ਪਰ ਹੁਣ ਸਾਨੂੰ ਉਮੀਦ ਹੈ ਸਾਡਾ ਕੇਸ ਦੂਜੇ ਹਾਂ ਸਾਡੇ ਕੇਸ ਚੰਗੇ ਉਹਨਾਂ ਨੂੰ ਦਿਆ ਗਿਆ। ਹਾਂਜੀ, ਇਹਦੇ ਕਰਕੇ ਚਲੋ ਅਸੀਂ ਇਹੀ ਸਾਡੀ ਮੰਗ ਹੈ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਗਾ, ਕਿਉਂਕਿ ਅਸੀਂ ਜੋ ਰਿਪੋਰਟ ਦੇ ਵਿੱਚ ਇਹ ਦਰਜ ਕਰਾਇਆ ਵੀ ਉੱਥੇ ਜਿਹੜੇ CCTV ਕੈਮਰੇ ਗਏ ਉਹ ਚੈੱਕ ਕੀਤੇ ਜਾਣ, ਵੀ ਉਹਨਾਂ ਦੇ ਵਿੱਚੋਂ ਸਬੂਤ ਤੁਹਾਨੂੰ ਆਪੇ ਮਿਲ ਜਾਣਾ, ਸਾਨੂੰ ਪਤਾ ਲੱਗ ਕਿਸ ਤਰੀਕੇ ਦੇ ਨਾਲ ਇਹ ਲੈ ਕਰਕੇ ਗਏ। ਘਰ ਨਹੀਂ ਹੈ, ਬਾਹਰ ਜਿਹੜੇ ਕੋਠੀਆਂ ਕਿਸੇ ਦੇ ਘਰਾਂ ਤੇ ਲੱਗੇ ਹੋਏਗੇ ਉਹਦੇ ਵਿੱਚ ਆ ਸਕਦੀ ਰਿਪੋਰਟ, ਪਰ ਇਹ ਕਾਰਵਾਈ ਢਿੱਲੀ ਹੋਣ ਕਰਕੇ ਹੁਣ ਕਹਿ ਨਹੀਂ ਸਕਦੇ ਵੀ ਉਹਨਾਂ ਕੈਮਰਿਆਂ ਦੇ ਵਿੱਚ ਰਿਕਾਰਡਿੰਗ ਹੋਏਗੀ ਕਿ ਨਹੀਂ ਹੋਏਗੀ। ਇਨ ਕੇਸ ਹੈ ਵੀ ਆਪਣੇ ਸਹੁਰੇ ਪਰਿਵਾਰ ਤੇ ਵੀ ਮੇਰੇ ਜਿਹੜਾ ਘਰ ਵਾਲਾ ਸੀ ਵੀ ਉਹਨੂੰ ਇਹਨਾਂ ਨੇ ਜਾਂ ਤਾਂ ਮਾਰਤਾ ਜਾਂ ਕੁਝ ਦੇ ਕੇ ਉਹ ਕਰਿਆ, ਉਹਦੀ ਅਸੀਂ ਪੜਤਾਲ ਕਰ ਰਹੇ ਹਾਂ। ਦੋਨੋਂ ਅੱਜ ਇਹ ਪਾਰਟੀ ਦਾ ਅਸੀਂ ਬਿਆਨ ਵਗੈਰਾ ਜਿਹੜਾ ਲਿਖਿਆ ਹੈਗਾ, ਤੇ ਉਸ ਤੋਂ ਬਾਅਦ ਉਹ ਦੂਜੀ ਪਾਰਟੀ ਨੂੰ ਬੁਲਾਵਾਂਗੇ, ਉਹਨਾਂ ਦਾ ਵੀ ਪੱਖ ਸੁਣਾਂਗੇ ਵੀ ਕੀ ਅਸਲੀਅਤ ਕੀ ਹੈ। ਅੱਛਾ, ਜਿਹੜਾ ਪਰਿਵਾਰ ਇਹ ਕਹਿ ਰਿਹਾ ਵੀ ਪਿਛਲੀ 28 ਤਰੀਕ ਦੀ ਗੱਲ ਹੋਈ ਵੀ ਆ ਤੇ ਹੁਣ ਤੱਕ ਪੁਲਿਸ ਨੇ ਕੋਈ ਉਹਦੀ ਕੋਈ ਨਹੀਂ ਕੀਤੀ ਕਾਰਵਾਈ? ਜਿਹੜੀ ਪੜਤਾਲ ਆ ਮੈਨੂੰ ਅੱਜ ਹੀ ਮਿਲੀ ਆ, ਮੈਂ ਅੱਜ ਤੋਂ ਹੀ ਸ਼ੁਰੂ ਕਰਤਾ ਇਹਨਾਂ ਦੀ, ਤੇ ਜੋ ਵੀ ਸਾਹਮਣੇ ਆਊਗਾ ਉਹਦੇ ਮੁਤਾਬਕ ਕਾਰਵਾਈ ਹੋ ਜੂ।